You are listening to the Harjinder Gill Show, Rams Punjabi, only on 1350 AM. इश्तिहार है तो व्यापार है। अपना बिजनेस प्रमोट करने लिए संपर्क करो 647 400 68 647 400 6862 जी मीडिया ग्रुप। जी दोस्तों, एक बार फिर ਤੁਹਾਡਾ ਬਹੁਤ-ਬਹੁਤ ਸਵਾਗਤ ਹਰਜਿੰਦਰ ਗਿੱਲ ਸ਼ੋਅ ਤੇ CWC ਇਮੀਗ੍ਰੇਸ਼ਨ ਤੋਂ ਮੇਰੇ ਨਾਲ ਗੁਰਪ੍ਰੀਤ ਖਹਿਰਾ ਹੋਰੀ ਸਟੂਡੀਓ ਦੇ ਵਿੱਚ ਨੇ ਤੇ ਅੱਜ ਕੁਝ ਜਿਹੜੀਆਂ ਨਵੀਆਂ ਅਨਾਉਂਸਮੈਂਟਸ ਹੋਈਆਂ ਨੇ ਇਸ ਵੇਲੇ ਉਹਨਾਂ ਦੇ ਬਾਰੇ 'ਚ ਗੱਲ ਕਰਾਂਗੇ। ਤੇ ਜੇਕਰ ਤੁਸੀਂ ਵੀ ਕੋਈ ਗੱਲ ਕਰਨੀ ਹੋਈ ਤਾਂ ਸਾਡੀ 4 ਵਜੇ ਤੋਂ ਪਹਿਲਾਂ ਸਾਡੀ ਇਸ ਗੱਲਬਾਤ ਦੇ ਵਿੱਚ ਅਸੀਂ ਗੁਰਪ੍ਰੀਤ ਹੋਰਾਂ ਦੇ ਨਾਲ ਹੋਵਾਂਗੇ। ਸੋ ਤੁਸੀਂ ਕਾਲ ਕਰਨ ਲਈ 905 601 1350 905 601 1350 ਦੇ ਉੱਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ। ਗੁਰਪ੍ਰੀਤ ਜੀ ਬਹੁਤ-ਬਹੁਤ ਸਵਾਗਤ। ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਦੱਸੀਏ ਸਰ ਪਹਿਲਾਂ ਮੈਂ ਦੱਸ ਦੇਣਾ ਜੀ ਕਿ 905 670 44 44 905 670 44 44 CWC ਇਮੀਗ੍ਰੇਸ਼ਨ ਦੇ ਹੈੱਡ ਆਫਿਸ ਦਾ ਨੰਬਰ ਹੈ। ਜੇਕਰ ਤੁਸੀਂ ਇਹਨਾਂ ਦੇ ਨਾਲ ਅਪੋਇੰਟਮੈਂਟ ਬਣਾਉਣੀ ਹੋਵੇ ਤਾਂ ਇਸ ਨੰਬਰ 'ਤੇ ਡਾਇਲ ਕਰਕੇ ਗੱਲ ਕੀਤੀ ਜਾ ਸਕਦੀ ਹੈ। ਅਤੇ ਹੁਣ ਅੱਜ ਜੇਕਰ ਅਸੀਂ ਕੁਛ ਕਾਲਸ ਔਨ ਏਅਰ ਕਰਾਂਗੇ ਤਾਂ ਉਹਦੇ ਵਿੱਚ ਤੁਸੀਂ ਸਾਨੂੰ ਕਾਲ ਕਰਨੀ ਹੈ 905 601 1350 9056011350। ਅਤੇ ਗੁਰਪ੍ਰੀਤ ਜੀ ਪਹਿਲਾਂ ਤਾਂ ਦੱਸੀਏ ਜਿਹੜੀ ਕੱਲ੍ਹ ਦੀ ਖਬਰ ਆ ਰਹੀ ਹੈ, ਕੀ ਖਬਰ ਹੈ, ਕੀ ਅਨਾਊਂਸਮੈਂਟ ਹੈ, ਕੀ ਅਪਡੇਟ ਹੈ, ਕੀ ਹੋਣਾ ਹੈ, ਕੀ ਵੱਖਰਾ ਹੋਣ ਲੱਗਿਆ, ਕੀ ਚੰਗਾ ਹੋਣ ਲੱਗਿਆ ਅਤੇ ਜਾਂ ਜੇ ਕੁਛ ਖਰਾਬ ਹੋਣ ਲੱਗਿਆ ਤਾਂ ਕੀ ਖਰਾਬ ਹੋਣ ਲੱਗਿਆ? ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਅਕਸਰ ਇਹ ਗੱਲ ਮੰਨਦੇ ਹਾਂ ਕਿ ਜਿਹੜੀ ਦੇਸ਼ ਦੀ ਸਰਕਾਰ ਹੁੰਦੀ ਹੈ ਉਹ ਦੇਸ਼ ਦੇ ਹੱਕਾਂ ਲਈ ਹੀ ਕੰਮ ਕਰਦੀ ਹੈ ਜੀ। ਹਾਂਜੀ। ਅਤੇ ਦੂਜਾ ਉਹਨੂੰ ਵੀ ਸਰਟਨ ਕਾਨੂੰਨੀ ਅਧਿਕਾਰ ਹੁੰਦੇ ਨੇ ਅਤੇ ਉਹ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਕੇ ਹੀ ਕੋਈ ਵੀ ਦੇਸ਼ ਦੇ ਹਿੱਤ 'ਚ ਫੈਸਲਾ ਲੈ ਸਕਦੇ ਹੁੰਦੇ ਆ ਜੀ। ਠੀਕ ਹੈ। ਸੋ ਜਿਹੜਾ ਮਿਨਿਸਟਰ ਨੇ ਕਾਨੂੰਨੀ ਅਧਿਕਾਰ ਦੀ ਵਰਤੋਂ ਕੀਤੀ ਹੈ ਉਹ ਸੈਕਸ਼ਨ 25(2) ਹੈਗਾ। ਸੋ ਸੈਕਸ਼ਨ 25(2) ਹੈ ਜਿਹੜਾ ਉਹ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਅਧਿਕਾਰ ਦਿੰਦਾ ਕਿ ਉਹ ਦੇਸ਼ ਹਿੱਤ ਦੇ ਵਿੱਚੋਂ ਜਾਂ ਕੈਨੇਡੀਅਨਸ ਦੇ ਹਿੱਤ ਦੇ ਵਿੱਚੋਂ ਜਿਹੜੀ ਪਬਲਿਕ ਪੋਲਿਸੀ ਬਣਾ ਸਕਦਾ ਕੋਈ, ਜਿਹੜੀ ਪਬਲਿਕ ਪੋਲਿਸੀ ਕਿਸੇ ਨੂੰ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਦੇ ਵਿੱਚੋਂ ਐਗਜ਼ੈਂਪਸ਼ਨ ਦਿੰਦੀ ਹੋਵੇ ਜਾਂ ਕੋਈ ਛੋਟ ਦਿੰਦੀ ਹੋਵੇ। ਸੋ ਇਸੇ ਅਧਿਕਾਰ ਦੀ ਵਰਤੋਂ ਕਰਦੇ ਹੋਈ ਮਿਨਿਸਟਰ ਨੇ ਜਿਹੜੀ ਇਹ 90,000 ਐਪਲੀਕੇਸ਼ਨਸ ਲੈਣ ਦਾ ਫੈਸਲਾ ਕੀਤਾ ਹੈਗਾ। ਓਕੇ। ਸੋ ਇਹ 90,000 ਐਪਲੀਕੇਸ਼ਨਸ ਨੂੰ 90,000 ਪਹਿਲਾਂ ਤਾਂ ਬੰਦੇ ਨਾ ਸਮਝਿਆ ਜਾਵੇ। ਓਕੇ। ਇੱਕ ਅਰਜ਼ੀ 'ਚ ਇੱਕ ਤੋਂ ਜ਼ਿਆਦਾ ਬੰਦੇ ਵੀ ਤਾਂ ਹੋ ਸਕਦੇ ਨੇ। ਠੀਕ ਹੈ। ਹੁਣ ਕੋਈ ਮੈਰਿਡ ਕਪਲ ਹੈ, ਉਹ ਇੱਕ ਪ੍ਰਿੰਸੀਪਲ ਐਪਲੀਕੈਂਟ ਅਰਜ਼ੀ ਕਰ ਰਿਹਾ, ਅਰਜ਼ੀ ਤਾਂ ਇੱਕ ਹੈ ਨਾ। ਹਾਂਜੀ। ਉਹ ਤੋਂ ਬਾਅਦ ਉਹਦਾ ਹਸਬੈਂਡ ਹੋ ਗਿਆ, ਜੇ ਉਹਦੇ ਬੱਚੇ ਹੋਏ ਤਾਂ ਬੱਚੇ ਵੀ ਹੋ ਸਕਦੇ ਆ। ਸੋ ਇੱਕ ਅਰਜ਼ੀ ਨੂੰ ਇੱਕ ਬੰਦਾ ਨਾ ਸਮਝਿਆ ਜਾਵੇ। ਸੋ ਇੱਕ ਅਰਜ਼ੀ ਦੇ ਵਿੱਚ ਇੱਕ ਤੋਂ ਵੱਧ ਬੰਦੇ ਵੀ ਹੋ ਸਕਦੇ ਹੈਗੇ। ਸੋ 90,000 ਲੋਕਾਂ ਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ, 90,000 ਤੋਂ ਕਿਤੇ ਜ਼ਿਆਦਾ ਲੋਕਾਂ ਨੂੰ ਇਮੀਗ੍ਰੇਸ਼ਨ ਮਿਲੂਗੀ। ਇੱਕ ਬੰਦਾ ਤਾਂ ਹੋਊਗਾ ਹੀ ਹੋਊਗਾ ਨਾ, ਇੱਕ ਤੋਂ ਵੱਧ ਹੋਣ ਦੀ ਜ਼ਿਆਦਾ ਪ੍ਰੋਬੇਬਿਲਿਟੀ ਹੈ। ਅਤੇ ਦੂਜਾ ਨਾ ਇਹ ਸਮਝਿਆ ਜਾਵੇ ਕਿ 90,000 ਦੀਆਂ 90,000 ਐਪਲੀਕੇਸ਼ਨਸ ਹੀ ਸਫਲ ਹੋ ਜਾਣਗੀਆਂ, ਇਹ ਵੀ ਕੋਈ ਜ਼ਰੂਰੀ ਨਹੀਂ। ਠੀਕ ਹੈ। ਸਾਰੀਆਂ ਅਰਜ਼ੀਆਂ ਤਾਂ ਸਫਲ ਨਹੀਂ ਵੀ ਹੁੰਦੀਆਂ ਨੇ ਜੀ। ਹਾਂਜੀ। ਅਤੇ ਦੂਜਾ ਇਹ ਜਿਹੜਾ ਦੇਸ਼ ਹਿੱਤ 'ਚ ਫੈਸਲਾ ਲੈਣ ਦੀ ਗੱਲ ਕੀਤੀ ਹੈ ਜੀ, ਇਹਨੂੰ 3 ਡਿਫਰੈਂਟ ਕੈਟਾਗਰੀਜ਼ 'ਚ ਪਹਿਲਾਂ ਵੰਡਿਆ ਗਿਆ। ਸੋ ਸਭ ਤੋਂ ਪਹਿਲੀ ਹੈਗੀ ਹੈ ਜਿਹੜੇ ਹੈਲਥ ਸੈਕਟਰ ਦੇ ਵਿੱਚੋਂ ਕੰਮ ਕਰਨ ਵਾਲੇ ਲੋਕ ਨੇ, ਉਹਦੀ ਇੱਕ ਲਿਸਟ ਪ੍ਰੋਵਾਈਡ ਕੀਤੀ ਹੈਗੀ ਹੈ। ਸੋ ਲਿਸਟ ਦੇ ਵਿੱਚੋਂ 20,000 ਜਿਹੜੀਆਂ ਅਰਜ਼ੀਆਂ ਲਈਆਂ ਜਾਣਗੀਆਂ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ, ਡਿਫਰੈਂਟ ਸੈਕਟਰਸ 'ਚ ਕੰਮ ਕਰਦੇ ਹੈਗੇ ਨੇ। ਉਹਦੇ 'ਚੋਂ ਸਭ ਤੋਂ ਜਿਹੜੀ ਮੈਂ ਕਹੂੰਗਾ ਹੋਮ ਕੇਅਰ ਵਰਕਰਸ ਨੇ, ਜਿਹੜੇ ਕਿ ਜਿਹਨਾਂ ਨੂੰ ਆਪਾਂ ਨੈਨੀ ਵੀ ਕਹਿੰਦੇ ਹਾਂ, ਉਹਨਾਂ ਨੂੰ ਵੀ ਇਹ 'ਚ ਇਨਕਲੂਡ ਜਿਹੜਾ ਕੀਤਾ ਗਿਆ ਹੈਗਾ। ਸੋ ਉਹ 'ਚ ਇਨਕਲੂਡ ਕਰਨ ਨਾਲ ਕਿਉਂਕਿ ਡੇ ਕੇਅਰਸ ਬੰਦ ਨੇ ਅਤੇ ਦੂਜੇ ਲੌਂਗ ਟਰਮ ਕੇਅਰ ਦੇ ਵਿੱਚੋਂ ਕੋਵਿਡ ਵੀ ਫੈਲਿਆ, ਇਹ ਵੀ ਪਿਛਲੇ ਸਮੇਂ 'ਚ ਆਪਾਂ ਦੇਖੀਏ। ਸੋ ਜਿਹੜੇ ਇਨ ਹੋਮ ਕੇਅਰ ਵਰਕਰਸ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ। ਉਹ ਤੋਂ ਬਾਅਦ ਆਫ ਕੋਰਸ ਵੀ ਆਪਾਂ ਡਾਕਟਰਸ ਨੂੰ ਨਹੀਂ ਭੁੱਲ ਸਕਦੇ ਹੈਗੇ ਅਤੇ ਅਦਰ ਮੈਡੀਕਲ ਪ੍ਰੋਫੈਸ਼ਨਲਸ ਨੂੰ, ਉਹ ਲੰਬੀ ਲਿਸਟ ਹੈਗੀ ਹੈ। ਠੀਕ ਹੈ। ਸੋ 20,000 ਅਰਜ਼ੀਆਂ ਤਾਂ ਉਹ ਲਈਆਂ ਜਾਣੀਆਂ ਨੇ, ਜਿਹੜਾ ਕਿ ਆਪਾਂ ਨੂੰ ਰੀਜ਼ਨੇਬਲ ਵੀ ਲੱਗਦਾ ਆਫ ਕੋਰਸ, ਕਿਉਂਕਿ ਉਹਨਾਂ ਦਾ ਕੰਟਰੀਬਿਊਸ਼ਨ ਹੈ ਜੀ ਅਤੇ ਉਹਨਾਂ ਦੀ ਉਹ ਲੋੜ ਹੈ ਸਭ ਤੋਂ ਵੱਧ ਇਸ ਵੇਲੇ ਪੈਂਡੇਮਿਕ ਦੇ ਟਾਈਮ ਦੇ ਵਿੱਚੋਂ। ਸੋ 20,000 ਅਰਜ਼ੀਆਂ ਉਹ ਲਈਆਂ ਜਾਣਗੀਆਂ। ਦੂਜੀਆਂ ਜਿਹੜੀਆਂ ਅਗਲੀਆਂ 30,000 ਅਰਜ਼ੀਆਂ ਜਿਹੜੀਆਂ ਲਈਆਂ ਜਾਣੀਆਂ ਨੇ, ਉਹ ਅਰਜ਼ੀਆਂ ਲਈਆਂ ਜਾਣੀਆਂ ਨੇ ਜਿਹੜੇ ਲੋਕਾਂ ਨੇ 1 ਸਾਲ ਕੈਨੇਡਾ ਦੇ ਵਿੱਚ ਕੰਮ ਕਰ ਚੁੱਕੇ ਹੈਗੇ ਨੇ। ਸੋ ਰਿਗਾਰਡਲੈਸ ਕਿ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਕੰਮ ਕੀਤਾ ਸੀ ਉਹਨਾਂ ਨੇ, ਰਿਗਾਰਡਲੈਸ ਉਹਨਾਂ ਨੇ ਓਪਨ ਪਰਮਿਟ 'ਤੇ ਕੰਮ ਕੀਤਾ ਸੀ, ਰਿਗਾਰਡਲੈਸ ਉਹਨਾਂ ਨੇ ਇੰਪਲੋਇਰ ਬੇਸਡ ਵਰਕ ਪਰਮਿਟ 'ਤੇ ਕੰਮ ਕੀਤਾ ਸੀਗਾ। ਸੋ ਪਰ ਉਹਨਾਂ ਦਾ ਕੰਮ ਹੈ ਜਿਹੜਾ ਉਹ ਘੱਟੋ ਘੱਟ 1 ਸਾਲ ਦਾ ਹੋਣਾ ਚਾਹੀਦਾ ਹੈ ਅਤੇ ਉਹ ਤੋਂ ਵੀ ਫਰਦਰ ਇੱਕ ਲਿਸਟ ਦਿੱਤੀ ਗਈ ਹੈ ਕਿ ਉਹਨਾਂ ਲਿਸਟ ਵਾਲੇ ਲੋਕ ਹੀ ਅਪਲਾਈ ਕਰ ਸਕਣਗੇ ਉਹਦੇ ਵਿੱਚੋਂ।
ਅੱਛਾ। ਤੇ ਇਹਦੇ ਨਾਲ ਉਹਨਾਂ ਦਾ ਕੈਨੇਡਾ 'ਚ ਪ੍ਰੈਜ਼ੈਂਟ ਹੋਣਾ ਵੀ ਜ਼ਰੂਰੀ ਹੈ। ਸੋ ਇਹ ਨਹੀਂ ਕਿ ਮੈਂ 1 ਸਾਲ ਕੰਮ ਕਰ ਲਿਆ ਸੀ ਤੇ ਮੈਂ ਲਿਸਟ 'ਚ ਆਉਣਾ ਪਰ ਮੈਂ ਇਸ ਵੇਲੇ ਕੈਨੇਡਾ ਤੋਂ ਬਾਹਰ ਹਾਂ, ਫਿਰ ਤਾਂ ਪਰਪਸ ਹੀ ਡਿਫੀਟ ਹੋ ਗਿਆ ਹਰਜਿੰਦਰ। ਇਹ ਪਬਲਿਕ ਪਾਲਿਸੀ ਦਾ ਤਾਂ ਪਰਪਸ ਇਹੀ ਹੈ ਕਿ ਉਹ ਲੋਕਾਂ ਨੂੰ ਹੀ ਜਿਹੜੀ ਆਪਾਂ ਨੇ ਪ੍ਰੈਫਰੈਂਸ ਦੇਣੀ ਹੈ ਜਿਹੜੇ ਲੋਕ ਕੈਨੇਡਾ 'ਚ ਪ੍ਰੈਜ਼ੈਂਟ ਨਹੀਂ, ਕਿਉਂਕਿ ਬਾਹਰੋਂ ਲੋਕ ਨਹੀਂ ਆ ਰਹੇ ਹੈਗੇ। ਰਾਈਟ। ਸੋ ਕੈਨੇਡਾ 'ਚ ਪ੍ਰੈਜ਼ੈਂਟ ਲੋਕਾਂ ਨੂੰ ਆਪਾਂ ਨੇ ਪ੍ਰੈਫਰੈਂਸ ਦੇਣੀ ਹੈਗੀ ਹੈ। ਅਤੇ ਦੂਜੀ ਇਹਦੇ ਨਾਲ ਤੁਸੀਂ ਜਦੋਂ ਅਰਜ਼ੀ ਦਾ ਫੈਸਲਾ ਹੁੰਦਾ ਉਦੋਂ ਵੀ ਕੈਨੇਡਾ 'ਚ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ। ਸੋ ਇਹ ਨਹੀਂ ਕਿ ਅੱਜ ਮੈਂ ਪ੍ਰੈਜ਼ੈਂਟ ਅੱਜ ਆਪਦੀ ਅਰਜ਼ੀ ਲਾ ਕੇ ਫਿਰ ਮੈਂ ਚਲਿਆ ਗਿਆ ਅਤੇ ਫਿਰ ਉਹ ਤੋਂ ਬਾਅਦ ਜਦ ਮੇਰੀ ਇਮੀਗ੍ਰੇਸ਼ਨ ਆਈ ਉਦੋਂ ਮੈਂ ਬਾਹਰੋਂ ਆ ਗਿਆ। ਨੋ, ਤੁਸੀਂ ਪ੍ਰੈਜ਼ੈਂਟ ਵੀ ਕੈਨੇਡਾ 'ਚ ਹੋਣੇ ਚਾਹੀਦੇ ਹੈਗੇ ਹੋ। ਸੋ ਅਰਜ਼ੀ ਲਾਉਣ ਵੇਲੇ ਵੀ ਅਤੇ ਅਰਜ਼ੀ ਦਾ ਫੈਸਲਾ ਹੋਣ ਤੱਕ ਵੀ ਤੁਸੀਂ ਕੈਨੇਡਾ 'ਚ ਹੋਣੇ ਚਾਹੀਦੇ ਹੋ। ਅਤੇ ਦੂਜਾ ਤੁਹਾਡਾ ਅਗਰ ਇਨ ਕੇਸ ਵਿੱਚ ਕਿਤੇ ਹਾਲੀਡੇਜ਼ ਲਈ ਜਾਂ ਛੁੱਟੀ ਲਈ ਬੰਦਾ ਕਿਤੇ ਬਾਹਰ ਗਿਆ ਹੋਇਆ, ਹਾਲੀਡੇਜ਼ ਤਾਂ ਵੈਸੇ ਹੀ ਕਰਨ 'ਤੇ ਮਨਾਹੀ ਹੈ ਜੀ ਅੱਜ ਕੱਲ੍ਹ। ਅੱਛਾ। ਸੋ ਤੁਸੀਂ ਕਹਿੰਦੇ ਵੀ ਉਹ ਪਰਮਾਨੈਂਟਲੀ ਹੁਣ ਇੱਥੇ ਹੀ ਰਹਿਣਾ? ਹਾਂਜੀ, ਉਹਨਾਂ ਕਿਉਂਕਿ ਅਰਜ਼ੀ ਲਾਉਣ ਤੋਂ ਅਰਜ਼ੀ ਫੈਸਲਾ ਹੋਣ ਤੱਕ ਤੁਸੀਂ ਕੈਨੇਡਾ ਛੱਡ ਨਹੀਂ ਸਕਦੇ। ਐਗਜ਼ੈਕਟਲੀ, ਕਿਉਂਕਿ ਫਿਰ ਪ੍ਰੈਫਰੈਂਸ ਦਾ ਮਤਲਬ ਕੀ, ਇਹ ਪਬਲਿਕ ਪਾਲਿਸੀ ਬਣਾਈ ਇਸ ਕਰਕੇ ਕਿ ਬਾਹਰੋਂ ਦਾ ਲੋਕਾਂ ਨੂੰ ਲਿਆਉਣਾ ਮੁਸ਼ਕਿਲ ਹੋ ਰਿਹਾ ਹੈ। ਸੋ ਜਿਹੜੇ ਵਿਦਨ ਕੈਨੇਡਾ ਲੋਕ ਨੇ, ਜਿਹੜੇ ਆਲਰੇਡੀ ਕੰਮ ਕਰ ਚੁੱਕੇ ਨੇ, ਪੜ੍ਹ ਚੁੱਕੇ ਨੇ ਅਤੇ ਕੰਟਰੀਬਿਊਟ ਕਰ ਚੁੱਕੇ ਨੇ ਕੈਨੇਡੀਅਨ ਲੇਬਰ ਮਾਰਕੀਟ ਨੂੰ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਵੇ। ਇਹ ਪਬਲਿਕ ਪਾਲਿਸੀ ਹੈ, ਕੋਈ ਕਾਨੂੰਨ ਨਹੀਂ ਬਣਾਇਆ ਸਰਕਾਰ ਨੇ। ਇਨ ਕੇਸ ਕੋਈ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਜਾਂਦੇ ਅਤੇ ਕਿਸੇ ਨੂੰ ਇਸ ਤਰ੍ਹਾਂ ਦੇਸ਼ ਛੱਡ ਕੇ ਜਾਣਾ ਪੈ ਗਿਆ ਅਤੇ ਕੁਛ ਦਿਨਾਂ ਲਈ, ਕੁਛ ਹਫ਼ਤਿਆਂ ਲਈ, ਤਾਂ ਉਹ ਕੰਸੀਡਰ ਨਹੀਂ ਕੀਤੇ ਜਾਣਗੇ? ਹਾਂਜੀ। ਸੋ ਕਿਉਂਕਿ ਕਾਨੂੰਨ ਹੈ ਜਿਹੜਾ ਉਹ ਬਹੁਤ ਚਿੱਟੇ ਕਾਲੇ ਅੱਖਰਾਂ 'ਚ ਲਿਖਿਆ ਹੈ। ਹਾਂ, ਉਹ ਕੋਰਟ 'ਚ ਜਾ ਕੇ ਤਾਂ ਉਹਦਾ ਕੋਈ ਹੱਲ ਹੋ ਜਾਊਗਾ, ਪਰ ਆਫਿਸਰ ਨੂੰ ਇਹ ਕੋਈ ਡਿਸਕ੍ਰੈਸ਼ਨ ਨਹੀਂ ਦਿੱਤਾ ਗਿਆ ਕਿ ਬੰਦਾ ਇੱਥੇ ਪ੍ਰੈਜ਼ੈਂਟ ਨਹੀਂ ਸੀ ਅਤੇ ਉਹਨੂੰ ਕਾਨੂੰਨ 'ਚ ਲਿਖਿਆ ਹੁੰਦਾ ਨਾ ਵੀ ਜੇ ਤੁਸੀਂ ਭਾਈ ਸਰਟਨ। ਪਰ ਇਹ ਹੁਣ ਮਈ 6 ਤੋਂ ਬਾਅਦ ਵਿੱਚ ਸ਼ੁਰੂ ਹੋਏਗੀ ਇਹ ਗੱਲ? ਹਾਂਜੀ, ਬਿਲਕੁਲ ਮਈ 6 ਤੋਂ ਬਾਅਦ। ਠੀਕ ਹੈ, ਮਈ 6 ਤੋਂ ਬਾਅਦ। ਅਤੇ ਜਿਹੜੀ ਤੀਜੀ ਕੈਟਾਗਰੀ ਹੈ, ਉਹ ਤੀਜੀ ਕੈਟਾਗਰੀ ਹੈਗੀ ਹੈ ਜਿਹੜੇ ਲੋਕਾਂ ਨੇ ਕੈਨੇਡਾ 'ਚ ਪੜ੍ਹਾਈ ਕੀਤੀ ਹੈ। ਹੁਣ ਇੱਥੇ ਇਹ ਜ਼ਰੂਰੀ ਨਹੀਂ ਕਿ ਉਹਨਾਂ ਨੇ 1 ਸਾਲ ਕੰਮ ਕਰਿਆ, ਇਹ ਸਪੈਸੀਫਿਕਲੀ ਪੜ੍ਹਾਈ ਵਾਲੇ ਨੇ, ਇਹ ਕੰਮ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। ਸੋ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਅਤੇ ਪੜ੍ਹਾਈ ਉਹਨਾਂ ਦੀ ਖਤਮ ਹੋਈ ਹੈ ਜਨਵਰੀ 17 ਤੋਂ ਬਾਅਦ 'ਚ। ਠੀਕ ਹੈ, ਕਿਉਂਕਿ ਜੇ ਜਨਵਰੀ 17 ਤੋਂ ਬਾਅਦ ਹਰਜਿੰਦਰ ਖਤਮ ਹੋਈ ਹੋਊਗੀ ਤਾਂ ਹੀ ਉਹਨਾਂ ਦਾ ਜਨਵਰੀ 17 'ਚ ਪਰਮਿਟ ਹੈ ਜਿਹੜਾ ਜਨਵਰੀ 20 'ਚ ਪਰਮਿਟ ਮੁੱਕਦਾ ਹੋਊਗਾ ਨਾ ਜੀ। ਠੀਕ ਹੈ, ਉਦੋਂ ਹੀ ਉਹ ਤੋਂ ਬਾਅਦ ਕੋਵਿਡ ਸ਼ੁਰੂ ਹੋਇਆ ਨਾ। ਸੋ ਰੈਸ਼ਨਲ ਲੱਗਦਾ ਉਹਦੇ 'ਚੋਂ ਦਿਸਦਾ ਹੈਗਾ। ਅਤੇ ਪਰ ਉਹਨਾਂ ਕੋਲ ਜੋਬ ਹੋਣੀ ਚਾਹੀਦੀ ਹੈ ਜਿਹੜੀ ਲਿਸਟ ਦਿੱਤੀ ਗਈ ਹੈ। ਹੁਣ ਇਹ ਬਹੁਤ ਇੰਪੋਰਟੈਂਟ। ਲਾਸਟ 4 ਈਅਰ ਦਾ ਕੀ ਫੰਡ ਹੈ ਜੀ? ਉਹ ਕਿਹੜਾ? ਇਹਦੇ 'ਚ ਕਿਹਾ ਗਿਆ ਕੈਨੇਡੀਅਨ ਪੋਸਟ ਸੈਕੰਡਰੀ ਪ੍ਰੋਗਰਾਮ ਵਿਦਨ ਦ ਲਾਸਟ 4 ਈਅਰਸ। ਹਾਂਜੀ, ਉਹ ਲਾਸਟ 4 ਈਅਰ ਦਾ ਮਤਲਬ ਹੈ ਕਿ ਤੁਹਾਡੀ ਪੜ੍ਹਾਈ ਜਨਵਰੀ 17 ਤੋਂ ਪਹਿਲਾਂ ਖਤਮ ਨਹੀਂ ਹੋਣੀ ਚਾਹੀਦੀ। ਅੱਛਾ। ਸੋ ਜਨਵਰੀ 2017 ਤੋਂ ਬਾਅਦ ਖਤਮ ਹੋਣੀ ਚਾਹੀਦੀ ਹੈ, ਤਾਂ ਹੀ ਲਾਸਟ 4 ਈਅਰ ਬਣੂਗੇ ਨਾ। ਓਕੇ। ਸੋ ਜੇ 1 ਸਾਲ ਦਾ ਪ੍ਰੋਗਰਾਮ ਓਬਵੀਅਸਲੀ ਤੁਸੀਂ ਉਹ ਤੋਂ ਪਹਿਲਾਂ ਹੀ ਸ਼ੁਰੂ ਕਰਿਆ ਹੋਊਗਾ ਨਾ, ਤਾਂ ਹੀ ਉਹ ਜਨਵਰੀ ਤੋਂ ਬਾਅਦ ਖਤਮ ਹੁੰਦਾ ਨਾ। ਜੇ ਤੁਸੀਂ ਉਹ ਤੋਂ ਪਹਿਲਾਂ ਸ਼ੁਰੂ ਕਰਿਆ ਫਿਰ ਤੋਂ ਜਨਵਰੀ ਤੋਂ ਖਤਮ ਹੋ ਜਾਊਗਾ। ਇਹਨੂੰ ਜਨਵਰੀ ਤੋਂ ਗਿਣਿਆ ਜਾਏ? ਜਨਵਰੀ 17 ਤੋਂ। ਇਹਨੂੰ ਮਈ ਮਹੀਨੇ ਤੋਂ ਨਹੀਂ? ਨਹੀਂ, ਜਨਵਰੀ 17 ਤੋਂ ਪਹਿਲਾਂ ਹੋਣਾ ਜ਼ਰੂਰੀ ਹੈਗਾ। ਠੀਕ ਹੈ। ਅਤੇ ਇਹਦੇ ਨਾਲ ਜਿਹੜੇ ਅੱਛਾ ਦੋਸਤੋ, ਮੈਂ ਬੇਨਤੀ ਕਰਦਾ, ਇੱਕ ਕਾਲਰ ਸਾਡੇ ਹੋਲਡ 'ਤੇ ਆ, ਮੈਂ ਥੋੜ੍ਹੀ ਦੇਰ ਹੋਲਡ ਕਰ ਲਿਓ, ਮੈਂ ਤੁਹਾਨੂੰ ਔਨ ਏਅਰ ਕਰਦਾ। ਜੇ ਹੋਰ ਵੀ ਸਾਡੇ ਕਿਸੇ ਸਰੋਤੇ ਨੇ ਕਾਲ ਕਰਨੀ ਹੋਈ ਤਾਂ ਬਰੀਫ ਜੀ 1-2 ਕਾਲ ਜੀ ਲੈ ਹੋਣੀਆਂ ਮੈਨੂੰ ਲੱਗਦਾ। 905-601-1350 ਦੇ ਉੱਤੇ ਤੁਸੀਂ ਕਾਲ ਕਰ ਲਿਓ ਅਤੇ ਆਪਾਂ ਔਨ ਏਅਰ ਵੀ ਕਰਦੇ ਗੱਲਬਾਤ। ਪਹਿਲਾਂ ਮੈਂ ਚਾਹੁੰਦਾ ਸੀ ਥੋੜ੍ਹਾ ਜਿਹਾ ਬਰੀਫ ਕਰ ਲਈਏ। ਹਾਂਜੀ। ਅਤੇ ਇਹਦੇ ਨਾਲ ਇਹਨਾਂ ਦਾ ਵਿੱਚ ਵੀ ਕਿ ਉਹ ਕੈਨੇਡਾ 'ਚ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ ਅਤੇ ਐਪਲੀਕੇਸ਼ਨ ਫੈਸਲੇ ਤੱਕ ਵੀ ਕੈਨੇਡਾ 'ਚ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ। ਅਤੇ ਦੂਜਾ, ਇਹ ਹਰ ਕਿਸੇ ਲਈ ਨਹੀਂ ਹੈਗਾ ਰਜਿੰਦਰ। ਠੀਕ ਹੈ। ਸੋ ਇਹਦੇ ਥੱਲੇ ਵੀ ਇੱਕ ਲਿਸਟ ਪ੍ਰੋਵਾਈਡ ਕੀਤੀ ਗਈ ਹੈ। ਜਿਹੜੇ ਲੋਕ ਉਹ ਲਿਸਟ 'ਚ ਕੰਮ ਕਰਦੇ ਨੇ ਉਹੀ ਇਸ ਪ੍ਰੋਗਰਾਮ ਲਈ ਐਲੀਜੀਬਲ ਹੋਣਗੇ। ਓਕੇ। ਸੋ ਇਹ ਨਹੀਂ ਕਿ ਜੇ ਤੁਸੀਂ ਪੜ੍ਹ ਲਏ ਤਾਂ ਹੁਣ ਤੁਸੀਂ ਨੌਕਰੀ ਕਰਦੇ ਹੋ, ਕੋਈ ਵੀ ਤਾਂ ਕੁਆਲੀਫਾਈ ਕਰ ਚੋਗੇ, ਇੱਦਾਂ ਬਿਲਕੁਲ ਨਹੀਂ ਹੈਗਾ। ਠੀਕ ਹੈ। ਉਹਦੇ ਲਈ ਵੀ ਇੱਕ ਲਿਸਟ ਦਿੱਤੀ ਗਈ ਹੈ। ਸੋ ਉਹ ਲਿਸਟ ਦੇ ਵਿੱਚੋਂ ਜੇ ਤੁਸੀਂ ਹੈਗੇ ਹੋ ਤੁਸੀਂ ਤਾਂ ਹੀ ਕੁਆਲੀਫਾਈ ਕਰ ਸਕੋਗੇ ਜੀ। ਸੋ ਇੱਕ ਵਾਰ ਦੋਸਤੋ ਫਿਰ ਦੱਸ ਦਿੰਦੇ ਹਾਂ ਕਿ ਜਿਹੜੇ ਇਹ ਨੰਬਰਸ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਵਿੱਚ 20,000 ਟੈਂਪਰੇਰੀ ਵਰਕਰਸ ਹੈਲਥ ਕੇਅਰ ਵਾਲੀ ਸਾਈਡ ਤੋਂ ਹੋਣੇ ਚਾਹੀਦੇ ਆ। 30,000 ਐਪਲੀਕੈਂਟਸ ਜਿਹੜੇ ਨੇ ਉਹ ਟੈਂਪਰੇਰੀ ਵਰਕਰਸ ਹੋਣਗੇ, ਜਿਹੜੇ ਕੋਈ ਹੋਰ ਐਸੈਂਸ਼ੀਅਲ ਆਕੂਪੇਸ਼ਨਸ ਨੇ। ਬਿਲਕੁਲ ਜੀ। ਅਤੇ 40,000 ਐਪਲੀਕੇਸ਼ਨਸ ਇੰਟਰਨੈਸ਼ਨਲ ਸਟੂਡੈਂਟਸ ਦੀਆਂ। ਸੋ ਇਹ ਜਿਹੜੇ ਨੰਬਰਸ ਨੇ ਇਹਨਾਂ ਨੂੰ ਬਾਕੀ ਡਿਟੇਲ ਮੈਂ ਕਹਾਂਗਾ ਕਿ ਅਗਰ ਇਹਦੇ ਬਾਰੇ 'ਚ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ, ਬੇਸ਼ੱਕ ਅਜੇ ਮਈ 6 ਤੋਂ ਜਿਹੜੀਆਂ ਐਪਲੀਕੇਸ਼ਨਸ ਨੇ ਇਹਦੀਆਂ ਲਈਆਂ ਜਾਣੀਆਂ ਅਤੇ 1 ਸਾਲ ਲਈ ਨਹੀਂ ਜੀ, ਨਵੰਬਰ 5 ਤੱਕ। ਅੱਛਾ ਸੌਰੀ, ਹਾਂ ਮੈਂ ਮਿਸ ਕਰ ਗਿਆ। ਨਵੰਬਰ 5 ਤੱਕ ਲਈਆਂ ਜਾਣਗੀਆਂ ਜੀ। ਸੋ ਇਹ ਨਵੰਬਰ 5 ਵੀ ਸਪੈਸੀਫਿਕ ਡੇਟ ਨਹੀਂ। ਜੇ ਉਹ ਤੋਂ ਪਹਿਲਾਂ ਅਰਜ਼ੀਆਂ ਭਰ ਜਾਂਦੀਆਂ ਨੇ ਤਾਂ ਫਿਰ ਨਵੰਬਰ 5 ਤੋਂ ਪਹਿਲਾਂ ਵੀ ਬੰਦ ਹੋ ਜੂ। ਸੋ ਮਤਲਬ 20,000 ਅਰਜ਼ੀਆਂ ਮੰਨ ਲਓ 3 ਮਹੀਨਿਆਂ 'ਚ ਭਰ ਗਈਆਂ ਤਾਂ 5 ਨਵੰਬਰ ਦਾ ਕੋਈ ਤਰੀਕਾ ਨਹੀਂ। ਜਿੱਦਾਂ ਅਰਜ਼ੀਆਂ ਪੂਰੀਆਂ ਹੋ ਗਈਆਂ
ਉਦੋਂ ਉਹ ਬੰਦ ਹੋ ਜੂ। ਜੇ ਅਰਜ਼ੀਆਂ ਨਹੀਂ ਭਰਦੀਆਂ ਤਾਂ 5 ਨਵੰਬਰ ਤੱਕ ਲਈਆਂ ਜਾ। ਅੱਛਾ, ਤੇ ਇਹਦੇ 'ਚ ਇੱਕ ਸਵਾਲ ਜਿਹੜਾ ਹੋ ਰਿਹਾ ਕਿ ਜਿਹੜਾ ਮੈਨੂੰ ਥੋੜ੍ਹੀ ਦੇਰ ਪਹਿਲਾਂ ਵੀ ਕਿਸੇ ਦੀ ਕਾਲ ਆਈ ਸੀ ਕਿ ਜਿਹੜੇ ਆਇਲਸ ਦੇ ਡੇਟਸ ਵਗੈਰਾ ਨੂੰ ਲੈ ਕੇ ਕੁਛ ਸ਼ੁਰੂ ਹੋ ਗਿਆ ਜੀ ਕੰਮ, ਉਹ ਕੀ ਹੋਇਆ ਤੇ ਉਹਦਾ ਕੀ ਲੈਣਾ ਦੇਣਾ ਜੀ ਇਸ ਗੱਲ ਦੇ ਨਾਲ? ਹਾਂਜੀ, ਕਿਉਂਕਿ ਤੁਹਾਡੇ ਜਿਹੜਾ ਅੰਗਰੇਜ਼ੀ ਟੈਸਟ ਦਿੱਤਾ ਹੋਣਾ ਚਾਹੀਦਾ ਹੈਗਾ। ਸੋ ਜੇ ਤੁਸੀਂ ਅੰਗਰੇਜ਼ੀ ਟੈਸਟ ਨਹੀਂ ਦਿੱਤਾ ਤੇ ਉਦੋਂ 5 ਨਵੰਬਰ ਤੱਕ ਤੁਸੀਂ ਨਹੀਂ ਦੇ ਸਕਦੇ, ਫਿਰ ਤੁਹਾਡੀ ਵਾਰੀ ਨਹੀਂ ਆਊਗੀ ਜੀ। ਤੇ ਪਤਾ ਲੱਗ ਰਿਹਾ ਕਿ ਉਹਦੇ ਲਈ ਕਾਫੀ ਕਹਿੰਦੇ ਜੀ ਦੌੜ ਭੱਜ ਹੋਣੀ। ਹਾਂਜੀ, ਆਫ ਕੋਰਸ ਕਿਉਂਕਿ ਕਾਗਜ਼ ਤਾਂ ਤੁਸੀਂ ਪੂਰੇ ਕਰਨੇ ਹਰਜਿੰਦਰ, ਰਿਕੁਆਇਰਮੈਂਟ ਤਾਂ ਪੂਰੀ ਕਰਨੀ ਹੈ ਨਾ ਜੀ। ਜਿਹੜਾ ਤੁਹਾਡੀ ਵਰਕਰਸ CLB 4 ਚਾਹੀਦਾ ਤੇ ਜਿਹੜੇ ਸਟੂਡੈਂਟ ਨੇ ਉਹਨੂੰ CLB 5 ਚਾਹੀਦਾ। ਡੇਟਸ ਦਾ ਸ਼ੇਅਰ ਮਾਰਕੀਟ ਕਹਿੰਦੇ ਅਪ ਹੋ ਗਈ ਹੈ ਬਹੁਤ। ਹਾਂਜੀ, ਆਫ ਕੋਰਸ ਅਪ ਹੋਣੀ ਹੈ ਕਿਉਂਕਿ ਡਿਮਾਂਡ ਐਂਡ ਸਪਲਾਈ ਹੈ। ਜਿੰਨੇ ਜ਼ਿਆਦਾ ਲੋਕ ਅਪੀਅਰ ਹੋਣਗੇ ਉਨੀਆਂ ਡੇਟਾਂ। ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਲੱਗਦਾ ਕਿ ਕੋਈ ਗਵਰਨਮੈਂਟ ਨੇ ਕੋਈ ਪਾਲਿਸੀ ਬਣਾਈ ਹੋਏਗੀ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਕੀਤੀਆਂ ਜਾਂਦੀਆਂ ਤਾਂ ਇਹ ਜਿਹੜੇ ਫਲਾਜ਼ ਜਾਂ ਜਿਹੜੀਆਂ ਕਿਤੇ ਨਾ ਕਿਤੇ ਮਿਸਯੂਜ਼ ਕਰਨ ਵਾਲੀਆਂ ਚੀਜ਼ਾਂ ਉਹਦੇ 'ਤੇ ਕੋਈ ਕੰਟਰੋਲ ਹੋਏਗਾ? ਇਕੱਲਾ ਆਈਲੈਟਸ ਨਹੀਂ, ਉਹ ਤੋਂ ਇਲਾਵਾ ਹੋਰ ਵੀ ਟੈਸਟ ਹੈਗੇ ਜਿਹੜੇ ਦਿੱਤੇ ਜਾ ਸਕਦੇ ਆ ਜੀ। ਸੋ ਉਹਨਾਂ ਦੀ ਕਹਿ ਲਈਏ ਕਿ ਕਾਲਾ ਬਾਜ਼ਾਰੀ ਸ਼ੁਰੂ ਹੋ ਜਾਏਗੀ? ਕਾਲਾ ਬਾਜ਼ਾਰੀ ਤਾਂ ਕਹਿਣਾ ਮੁਸ਼ਕਿਲ ਹੋਊਗਾ ਕਿਉਂਕਿ ਜਿਹੜਾ ਟੈਸਟ ਸੈਂਟਰਸ ਹੈਗੇ ਨੇ ਉਹ ਤਾਂ ਇੱਕ ਥਾਵੇਂ ਕੰਟਰੋਲ ਹੈ ਨਾ, ਤੇ ਉੱਥੇ ਹੀ ਦਿੱਤੇ ਜਾਊਗੇ। ਪਰ ਜਿਹੜੀਆਂ ਡੇਟਸ ਨੂੰ ਕਈ ਬੰਦੇ ਹੋਲਡ ਕਰਕੇ ਇਸ ਤਰ੍ਹਾਂ ਫਿਰ ਅੱਗੇ ਸੈੱਲ ਕਰਨ ਲਈ ਤੁਰ ਪਏ ਨੇ। ਹਾਂਜੀ, ਉਹ ਪੋਸੀਬਿਲਿਟੀ ਹੈਗੀ ਆ, ਪਰ ਉਹਨੂੰ ਤਾਂ ਫਿਰ ਜਿਹੜਾ ਪ੍ਰੋਵਾਈਡਰ ਹੈ ਨਾ ਉਹਦੀ ਜ਼ਿੰਮੇਵਾਰੀ ਹੈ ਜੀ। ਉਹ 'ਚ ਸਰਕਾਰ ਦਾ ਤਾਂ ਕੋਈ ਰੋਲ ਨਹੀਂ ਨਾ ਹੈਗਾ, ਉਹ ਤਾਂ ਪ੍ਰੋਵਾਈਡਰ ਦੀ ਜ਼ਿੰਮੇਵਾਰੀ ਹੈ। LMIAs ਨਾਲ ਰਿਲੇਟਡ ਜਿਹੜਾ ਕਿਹਾ ਜਾਂਦਾ ਸੀ, ਕੀ ਫਰਕ ਪਏਗਾ ਹੁਣ ਇਹਦੇ 'ਚ? ਕੋਈ LMIA ਨਹੀਂ ਚਾਹੀਦਾ ਜੀ। ਸੋ ਇਹ 'ਚ LMIA ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਤੁਸੀਂ ਨੌਕਰੀ ਕਰਦੇ ਹੋਣੇ ਚਾਹੀਦੇ ਹੋ। ਤਾਂ ਮੈਂ ਉਹ ਤਾਂ ਤੁਹਾਨੂੰ ਅੱਗੇ ਇਲੈਬੋਰੇਟ ਕਰੂੰਗਾ ਵੀ ਇਹ ਨੌਕਰੀ ਦਾ ਡੈਫੀਨੇਸ਼ਨ ਕੀ ਹੈਗਾ। ਸਮਾਂ ਬੇਸ਼ੱਕ ਦੋਸਤੋ ਸੀਮਤ ਹੋਣਾ, ਤੇ ਮੇਰੇ ਨਾਲ ਇਸ ਵੇਲੇ 4-5 ਕਾਲਸ ਵੀ ਹੋਲਡ 'ਤੇ ਆ। ਆਪਾਂ ਜੇ ਇਜਾਜ਼ਤ ਦਿਓ ਆਪਾਂ ਥੋੜ੍ਹੀਆਂ ਜਿਹਾ ਪਹਿਲਾਂ ਪੁੱਛ ਲੈਂਦੇ ਹਾਂ ਜੀ। ਸੋ ਦੋਸਤੋ ਇੱਕ ਬੇਨਤੀ ਹੋਣੀ ਹੈ ਕਿ ਕਾਫੀ ਬਰੀਫ ਰੱਖਿਓ, ਤੇ ਜੇ ਜਿਹੜੀ ਚੀਜ਼ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ ਜੇ ਉਹ ਨਾ ਸਵਾਲ ਪੁੱਛਿਆ ਜਾਵੇ ਤਾਂ ਚੰਗਾ ਹੋਣਾ, ਤਾਂ ਕਿ ਕੋਈ ਨਵੀਂ ਗੱਲ ਜੇ ਪੁੱਛੀ ਤਾਂ ਚੰਗੀ ਰਹਿਣੀ ਹੈ। ਔਰ ਅਸੀਂ ਇਹ ਵੀ ਕੋਸ਼ਿਸ਼ ਕਰਨੀ ਸਾਡੀ ਇਸ ਗੱਲਬਾਤ ਨੂੰ ਅਸੀਂ ਸਾਡੇ YouTube ਚੈਨਲ 'ਤੇ ਵੀ ਜ਼ਰੂਰ ਸ਼ੇਅਰ ਕਰਨਾ ਹੈ। ਸੋ ਜੇ ਮਿਸ ਵੀ ਕਰ ਗਿਆ ਹੋਏ ਕੁਛ ਤਾਂ ਕੋਈ ਚੱਕਰ ਨਹੀਂ, ਔਰ ਜੇ ਸਾਰਾ ਕੁਛ ਹੀ ਨਹੀਂ ਸੁਣ ਸਕੇ YouTube 'ਤੇ ਵੀ ਨਹੀਂ ਸੁਣਿਆ ਕਿਸੇ ਨੇ, ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਐਨੀ ਟਾਈਮ 905 670 4444 9056704444 ਦੇ ਉੱਪਰ CWC ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਕਾਲ ਕਰਕੇ ਵੀ ਅਪਾਇੰਟਮੈਂਟ ਬਣਾ ਕੇ ਇਹਨਾਂ ਦੇ ਕੋਲੋਂ ਇਨਫੋਰਮੇਸ਼ਨ ਲੈ ਸਕੋਗੇ। ਪਹਿਲੀ ਕਾਲ 'ਤੇ ਚੱਲਦੇ ਹਾਂ। ਦਲਜੀਤ ਨਿੱਜਰ ਹੋਰੀ ਨੇ ਸਾਡੇ ਪਹਿਲੇ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਿਛਲੇ ਵੀਕ ਦੱਸ ਕੇ ਗਏ ਸੀ ਨਾ 14 ਤੋਂ ਬਾਅਦ ਪੈਨਸ਼ਨ ਬਾਰੇ, ਉਹ ਪੁੱਛਣਾ ਸੀਗਾ ਵੀ ਕਹਿੰਦੇ ਸੀਗੇ 20 ਸਾਲ ਦਾ ਜਿਹੜੇ 14 ਤੋਂ ਬਾਅਦ ਆਏ। ਅੱਛਾ, ਇੱਕ ਸੈਕਿੰਡ ਜੀ ਹੋਲਡ ਕਰਿਓ ਜਰਾ। ਹਾਂਜੀ, ਆਵਾਜ਼ ਆ ਰਹੀ ਹੈ ਖੈਰ ਸਾਹਿਬ? ਓਕੇ, ਇੱਕ ਸੈਕਿੰਡ ਭੈਣ ਜੀ ਹੋਲਡ ਕਰਿਓ ਜੀ ਤੁਸੀਂ, ਮੈਂ ਦੇਖਦਾ ਜੀ। ਰਿਪੀਟ ਕਰਿਓ ਜੀ ਆਪਣਾ ਸਵਾਲ। ਹਾਂਜੀ, ਪੈਨਸ਼ਨ ਬਾਰੇ ਮੈਂ ਕਿ ਪਿਛਲੇ ਵੀਕ ਦੱਸਦੇ ਸੀ ਨਾ। ਅੱਛਾ, ਪੈਨਸ਼ਨ ਦਾ ਭੈਣ ਜੀ ਤੁਸੀਂ ਨਾ ਵੈਸੇ ਉਹ ਸਵਾਲ ਜੇ ਇਹਨਾਂ ਨੂੰ ਆਫਿਸ 'ਚ ਕਾਲ ਕਰਕੇ ਪਤਾ ਕਰ ਲਓ ਜਿਹੜੀ ਉਹ 20 ਸਾਲ ਵਾਲੀ ਸੀ, ਮਾੜਾ ਜਿਹਾ ਬਰੀਫ ਕਰ ਦਿਓ ਖੈਰ ਸਾਹਿਬ। ਹਾਂਜੀ, ਜੇ ਤੁਹਾਡੀ ਅਰਜ਼ੀ ਦੱਸ ਦਿਓ। ਹਾਂਜੀ, ਤੁਹਾਡੀ ਅਰਜ਼ੀ 2014 ਤੋਂ ਬਾਅਦ ਲੱਗੀ ਹੈ ਜੀ, ਤੇ ਫਿਰ ਤੁਹਾਡੇ ਤੇ ਲਿਮਿਟ ਹੈ ਜਿਹੜੀ ਉਹ 20 ਸਾਲ ਹੈਗੀ ਹੈ। ਨਹੀਂ, 14 ਤੋਂ ਬਾਅਦ ਆਏ ਆ ਸਾਡੇ ਰਿਸ਼ਤੇਦਾਰ। ਆਏ ਸਵਾਲ ਨਹੀਂ ਹੈਗਾ ਜੀ, ਐਪਲੀਕੇਸ਼ਨ 14 ਤੋਂ ਬਾਅਦ ਲੱਗੀ ਹੈ ਜੀ। ਆਏ ਕਦੇ ਵੀ ਹੋ ਸਕਦੇ ਨੇ, ਅਰਜ਼ੀ ਜੇ 14 ਤੋਂ ਬਾਅਦ ਲੱਗੀ ਹੈ। ਹੁਣ ਜੇ 14 'ਚੋਂ ਆਏ ਨੇ ਤਾਂ ਅਰਜ਼ੀ ਆਫ ਕੋਰਸ ਉਹਨਾਂ ਦੀ 10 'ਚ ਲੱਗੀ ਹੋਣੀ ਹੈ ਜੀ, ਤਾਂ ਹੀ ਉਹ 14 'ਚ ਆਏ ਨੇ ਨਾ। 17 'ਚ ਆਏ, 17 'ਚ। ਭੈਣ ਜੀ ਤੁਸੀਂ ਨਾ ਇਹ ਤੁਸੀਂ ਆਪਣਾ ਤੁਹਾਡਾ ਪਰਸਨਲ ਕੇਸ ਹੈ, ਤੁਸੀਂ ਆਪਣੇ ਤੌਰ ਤੇ ਇੱਕ ਵਾਰੀ 905 670 4444 ਤੇ ਇਹਨਾਂ ਨੂੰ ਕਾਲ ਕਰਿਓ ਔਨ 에ਅਰ। ਮੈਂ ਅੱਜ ਬੇਨਤੀ ਕਰਦਾ ਜੇਕਰ ਜਿਹੜਾ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਜੇ ਉਹਦੇ ਬਾਰੇ 'ਚ ਅਸੀਂ ਅੱਜ ਕਾਲਸ ਲੈਣੀਆਂ ਚਾਹੁੰਦੇ ਸੀਗੇ। ਠੀਕ ਹੈ ਭੈਣ ਜੀ, ਤੁਸੀਂ ਦੁਬਾਰਾ ਇਹਨਾਂ ਦੇ ਆਫਿਸ 'ਚ ਕਾਲ ਕਰਕੇ, ਮੈਂ ਮਾਫੀ ਚਾਹੁੰਦਾ ਅੱਜ ਥੋੜਾ ਸਮਾਂ ਸੀਮਿਤ ਹੈ ਮੇਰੇ ਕੋਲ ਵੀ, ਕਿਉਂਕਿ ਗੁਰਪ੍ਰੀਤ ਜੀ ਨੇ ਵੀ 4 ਵਜੇ ਐਗਜ਼ੈਕਟ ਚਲੇ ਜਾਣਾ ਜੀ। ਬੜੀ ਮਿਹਰਬਾਨੀ ਭੈਣ ਜੀ, ਇਹਨਾਂ ਨੂੰ 905 670 4444 ਦੇ ਉੱਤੇ ਕਾਲ ਕਰ ਲਿਓ। ਓਕੇ ਜੀ, ਬਹੁਤ ਮਿਹਰਬਾਨੀ। ਸੌਰੀ, ਮੈਂ ਮਾਫੀ ਚਾਹੁੰਦਾ ਅੱਜ ਦੇ ਲਈ। ਹਾਂਜੀ, ਨੈਕਸਟ ਕਾਲ ਸਾਡੇ 4603 ਤੇ ਮੈਂ ਬੇਨਤੀ ਕਰਦਾ ਜੀ ਅੱਜ ਦੇ ਨਵੇਂ ਪ੍ਰੋਗਰਾਮ ਨਾਲ ਰਿਲੇਟਡ ਹੀ ਕਾਲਸ ਕਰਿਓ ਜੇ ਤੁਸੀਂ ਸਵਾਲ ਕਰਨਾ ਹੋਇਆ ਅੱਜ ਤਾਂ। ਹਾਂਜੀ, ਤੁਸੀਂ ਆਉਂਦੇ ਰਹੋ ਜੀ। 4603। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਦੇਖੋ ਜਿਹੜੀਆਂ 27,000 ਇਹਨਾਂ ਨੇ ਇਨਵੀਟੇਸ਼ਨ ਭੇਜਿਆ ਸੀ ਉਹਦੇ ਤੇ ਪ੍ਰੋਸੈਸਿੰਗ ਟਾਈਮ ਕਿੰਨਾ ਲੰਮਾ ਚਲਾ ਗਿਆ? ਜੇ ਇਹਨਾਂ ਨੇ 90,000 ਐਪਲੀਕੇਸ਼ਨ ਜੇ ਲੈ ਲਈਆਂ ਤਾਂ ਪ੍ਰੋਸੈਸਿੰਗ ਟਾਈਮ ਤੁਹਾਡੇ ਐਕਸਪੀਰੀਅੰਸ ਦੇ ਅਕੋਰਡਿੰਗ ਕਿੰਨਾ ਜਾਊਗਾ? ਠੀਕ ਹੈ ਬ੍ਰਦਰ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਹਾਂਜੀ ਸਰ। ਪ੍ਰੋਸੈਸਿੰਗ ਟਾਈਮ ਦੇ ਉੱਤੇ ਟੈਕਨੀਕਲੀ ਕੋਈ ਕੰਟਰੋਲ ਨਹੀਂ ਹੈਗਾ ਜੀ। ਅਤੇ ਦੂਜਾ, ਇਹ ਪ੍ਰੋਗਰਾਮ ਅਤੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ 'ਚ ਬਹੁਤ ਵੱਡਾ ਫਰਕ ਹੈਗਾ। ਉਹ ਇੱਕ ਪੁਆਇੰਟ ਸਿਸਟਮ ਹੈ, ਇਹ ਜਿਹੜਾ ਹੈਗਾ ਪਾਸ ਫੇਲ ਸਿਸਟਮ ਹੈ। ਓਕੇ, ਇਹ 'ਚ ਤੁਸੀਂ ਜੇ 1 2 3 4 ਰਿਕੁਆਇਰਮੈਂਟ ਪੂਰੀ ਕਰਦੇ ਹੋ ਤੁਸੀਂ ਪਾਸ ਹੋ, ਤੁਸੀਂ 1 2 3 4 ਪੂਰੀ ਨਹੀਂ ਕਰਦੇ, ਇੱਕ ਵੀ ਨਹੀਂ ਪੂਰੀ ਕਰਦੇ ਤਾਂ ਫੇਲ ਹੋ।
ਅੱਛਾ, ਐਕਸਪ੍ਰੈਸ ਐਂਟਰੀ ਪੁਆਇੰਟ ਬੇਸਡ ਹੈ। ਠੀਕ ਹੈ। ਉਹ ਤੁਸੀਂ ਸੋ ਇੱਥੇ ਨਿਪਟਾਰਾ ਛੇਤੀ ਹੋਣ ਦੇ ਚਾਂਸਸ ਬਿਲਕੁਲ ਛੇਤੀ ਹੋਣ ਦੇ ਚਾਂਸ ਨੇ, ਕਿਉਂਕਿ ਪਾਸ ਫੇਲ ਸਿਸਟਮ ਦੇ ਉੱਤੇ ਨਿਪਟਾਰਾ ਕਰਨਾ ਸੁਖਾਲਾ ਹੈ। ਇਹਦੇ 'ਚ ਇਸ਼ੂ ਕਿੱਥੇ ਆਊਗਾ? ਜੇ ਮੈਂ ਤੁਹਾਨੂੰ ਵਰਕ ਦੀ ਡੈਫੀਨੇਸ਼ਨ ਦੀ ਗੱਲ ਕੀਤੀ ਹੈ, ਸੋ ਸੈਲਫ ਇੰਪਲੋਇਡ ਵਰਕ ਨਹੀਂ ਹੈਗਾ। ਜਿਹੜਾ ਕੰਮ ਹੈ, ਇੱਕ 2013 ਦੇ ਜਸਟਿਸ ਗਲੀਸਨ ਦਾ ਡਿਸੀਜਨ ਹੈਗਾ ਖਿੰਨ ਵਰਸਸ ਮਿਨਿਸਟਰ ਕੇਸ ਦੇ ਵਿੱਚੋਂ। ਉਹਦੇ ਵਿੱਚੋਂ ਉਹਨੇ ਵੇਜ ਰੇਟ ਅਤੇ ਇਹਦੇ ਨਾਲ ਨਾਲ ਤੁਹਾਡੀਆਂ ਡਿਊਟੀਜ਼ ਐਂਡ ਰਿਸਪੋਂਸਿਬਿਲਿਟੀਜ਼ ਨੂੰ ਵਿਚਾਰ ਅਧੀਨ ਲਿਆਂਦਾ। ਸੋ ਕੇਸ ਦੀ ਹਿਸਟਰੀ ਕੀ ਹੈ ਕਿ ਕਿਨ ਨਾਂ ਦਾ ਇਹ ਇੰਡੀਵਿਜੂਅਲ ਇੱਕ ਲੀਗਲ ਸੈਕਰਟਰੀ ਦੇ ਤੌਰ 'ਤੇ ਕੰਮ ਕਰਦਾ ਸੀ, ਅਤੇ ਕੰਮ ਕਰਨ ਤੋਂ ਬਾਅਦ ਉਹਨੇ ਜਦੋਂ ਆਪਣੀ ਡਿਊਟੀਜ਼ ਰਿਸਪੋਂਸਿਬਿਲਿਟੀਜ਼ ਦੱਸੀ, ਉਹਨੇ ਕਿਹਾ ਮੈਂ ਲੀਗਲ ਸੈਕਰਟਰੀ / ਟਰਾਂਸਲੇਟਰ ਕੰਮ ਕਰਦਾ, ਅਤੇ ਉਹ ਤੋਂ ਬਾਅਦ ਉਹਨੂੰ ਸਰਟਨ ਵੇਜ ਮਿਲਦੀ ਸੀ। ਆਫਿਸਰ ਨੇ ਉਹਦਾ ਕੇਸ ਰਿਫਿਊਜ਼ ਕਰਤਾ ਇਹ ਕਹਿ ਕੇ ਕਿ ਜੋ ਪ੍ਰੀਵੇਲਿੰਗ ਵੇਜ ਹੈ ਉਹਦੇ ਮੁਤਾਬਕ ਤੂੰ ਇਹ ਜਿਹੜੀ ਤੈਨੂੰ ਤਨਖਾਹ ਨਹੀਂ ਮਿਲਦੀ, ਇਸ ਲਈ ਤੂੰ ਇਹ ਡਿਊਟੀਜ਼ ਰਿਸਪੋਂਸਿਬਿਲਿਟੀਜ਼ ਪਰਫੋਰਮ ਨਹੀਂ ਕਰਦਾ। ਕਿਨ ਨੇ ਇਹ ਡਿਸੀਜਨ ਫੈਡਰਲ ਕੋਰਟ 'ਚ ਚੈਲੰਜ ਕੀਤਾ, ਅਤੇ ਜਸਟਿਸ ਗਲੀਸਨ ਦਾ ਜਿਹੜਾ ਡਿਸੀਜਨ ਹੈ ਉਹਦੇ ਵਿੱਚ ਉਹਨੇ ਕਿਹਾ, ਕਿੰਨੇ ਕਿਹਾ ਕਿ ਮੇਰੀ ਵੇਜ ਦਾ ਮੇਰੇ ਕੰਮ ਪਰਫੋਰਮੈਂਸ ਕਰਨ ਦਾ ਡਿਸੀਜਨ ਗਲਤ ਹੈ। ਮੈਨੂੰ ਕਿੰਨੀ ਤਨਖਾਹ ਮਿਲਦੀ ਹੈ ਅਤੇ ਮੈਂ ਕੀ ਡਿਊਟੀਜ਼ ਕਰਦੇ ਹਾਂ, ਦੋ ਮੁੱਦੇ ਨੇ। ਜਸਟਿਸ ਗਲੀਸਨ ਨੇ ਕਿਹਾ ਇਹ ਬਿਲਕੁਲ ਸਹੀ ਨਹੀਂ ਹੈਗਾ। ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਐਪਰੋਪ੍ਰੀਏਟ ਤੁਹਾਨੂੰ ਵੇਜ ਮਿਲਣੀ ਚਾਹੀਦੀ ਹੈ, ਤਾਂ ਹੀ ਤੁਸੀਂ ਉਹ ਕੰਮ ਕਰਦੇ ਹੋ ਨਾ। ਹਾਂਜੀ। ਅਤੇ ਉਹਦੇ ਤੋਂ ਨੇ ਪ੍ਰੀਵੇਲਿੰਗ ਵੇਜ ਨੂੰ ਕਿਹਾ ਕਿ ਜਿਹੜਾ HRSTC ਮਹਿਕਮਾ ਹੈਗਾ ਉਹਦੀ ਜਿਹੜੇ ਇੱਕ ਲਿਸਟ ਹੈਗੀ ਹੈ ਉਹਦੇ ਮੁਤਾਬਕ ਇਹ ਫੈਸਲਾ ਲੈਂਦੇ ਨੇ ਕਿ ਕਿੰਨੀ ਇਹ ਤਨਖਾਹ ਹੋਣੀ ਚਾਹੀਦੀ ਹੈ ਤੁਹਾਡੀ। ਹਾਂਜੀ। ਪਰ ਨਾਲ ਜੱਜ ਨੇ ਇਹ ਕਿਹਾ ਕਿ ਜੇ ਇੰਡੀਵਿਜੂਅਲ ਆਪਣੀਆਂ ਡਿਊਟੀਜ਼ ਐਂਡ ਰਿਸਪੋਂਸਿਬਿਲਿਟੀਜ਼ ਦੇ ਇਨਫ ਸਬੂਤ ਦਿੰਦਾ ਹੈ ਤਾਂ ਫਿਰ ਆਫਿਸਰ ਅੱਗੇ ਜਾ ਕੇ ਰਿਵਿਊ ਨਹੀਂ ਕਰ ਸਕਦਾ ਕਿ ਇਹਨੂੰ ਕਿੰਨੀ ਤਨਖਾਹ ਮਿਲਦੀ ਹੈ। ਪਰ ਜੇ ਉਹਨੂੰ ਇਹ ਸ਼ੱਕ ਲੱਗਦਾ ਹੈ ਕਿ ਇਹ ਡਿਊਟੀਜ਼ ਐਂਡ ਰਿਸਪੋਂਸਿਬਿਲਿਟੀਜ਼ ਪਰਫੋਰਮ ਜੋ ਲਿਖਦਾ ਉਹ ਨਹੀਂ ਕਰ ਰਿਹਾ, ਹਾਂ ਫਿਰ ਉਹਦੀ ਤਨਖਾਹ ਨੂੰ ਉਹ ਵਿਚਾਰ ਅਧੀਨ ਲਿਆ ਸਕਦਾ ਹੈ। ਅਤੇ ਦੂਜਾ ਉਹਨੇ ਇਹ ਵੀ ਨਾਲ ਕਿਹਾ ਕਿ ਇਮੀਗ੍ਰੇਸ਼ਨ ਅਫਸਰ ਕਿਹੜਾ ਵੈਕਿਊਮ 'ਚ ਕੰਮ ਕਰ ਰਿਹਾ, ਉਹਦੇ ਆਲੇ ਦੁਆਲੇ ਹੋਰ ਐਕਸਪੀਰੀਅੰਸ ਕੋਲੀਗ ਵੀ ਹੈਗੇ ਨੇ, ਉਹ ਉਹਨਾਂ ਨਾਲ ਵੀ ਵਿਚਾਰ ਅਧੀਨ ਇਸ ਗੱਲ ਨੂੰ ਲਿਆ ਸਕਦਾ ਹੈ। ਸੋ ਇਹ ਕੇਸਿਸ ਦੇ ਵਿੱਚ ਜਿੱਥੇ ਪਾਸ ਫੇਲ ਸਿਸਟਮ ਹੈ, ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਹੈ ਕਿ ਜੇ ਤੁਸੀਂ ਉਹ ਡਿਊਟੀਜ਼ ਰਿਸਪੋਂਸਿਬਿਲਿਟੀਜ਼ ਪਰਫੋਰਮ ਕਰਦੇ ਹੋ ਉਸ ਜੋਬ ਲਈ ਅਤੇ ਤੁਹਾਨੂੰ ਉਨੀ ਤਨਖਾਹ ਮਿਲਦੀ ਹੈ, ਤੁਸੀਂ ਤਾਂ ਹੀ ਸਕਸੈਸ ਹੋਵੋਗੇ। ਜੇ ਤੁਸੀਂ ਉਹ ਨਹੀਂ ਕਰਦੇ ਫਿਰ ਸ਼ਾਇਦ ਉਹ ਤੁਸੀਂ ਲਿਸਟ 'ਚ ਨਹੀਂ ਆਉਂਦੇ। ਸੋ ਦੋਸਤੋ, ਇਹ ਜਿਹੜੀਆਂ ਟੈਕਨੀਕੈਲਿਟੀਜ਼ ਨੇ, ਮੈਂ ਦੁਬਾਰਾ ਬੇਨਤੀ ਕਰਦਾ ਕਿ ਇੱਥੇ ਅਸੀਂ ਬਹੁਤ ਲਿਮਟਿਡ ਗੱਲ ਹੋ ਸਕਦਾ ਸਾਂਝੀ ਕਰੀਏ, ਪਰ ਜ਼ਿਆਦਾ ਜਾਣਕਾਰੀ ਦੇ ਲਈ 905 670 44 44 905 670 4444 CWC ਇਮੀਗ੍ਰੇਸ਼ਨ ਦਾ ਫੋਨ ਨੰਬਰ। 2 ਕਾਲਰ ਹੋਰ ਲਵਾਂਗੇ ਅਤੇ ਫਿਰ ਵਾਈਂਡ ਅਪ ਕਰ ਦਿੰਦੇ। M ਚੀਮਾ ਨੇ ਜੀ ਨੈਕਸਟ ਕਾਲਰ, ਅਤੇ ਉਸ ਤੋਂ ਬਾਅਦ ਅਮਰਜੀਤ ਨਿੱਜਰ ਹੋਣੀ। ਸੋ ਚੀਮਾ ਜੀ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰੇ। ਜਿਹੜੀ ਸਰ ਤੁਸੀਂ ਕਾਲਾ ਬਾਜ਼ਾਰੀ ਦੀ ਗੱਲ ਕੀਤੀ ਆ, ਉਹਦੀ ਤਾਂ ਹੋ ਗਿਆ ਖੁਲਾਸਾ ਕਿ ਉਹਦੇ ਇੱਕ ਦੋ ਨੰਬਰ ਮਿਲੇ ਆ ਮੈਨੂੰ ਕਿ ਉਹਦੇ 'ਤੇ ਕਾਲ ਕਰਦੇ ਆ ਅਤੇ ਉਹ ਕਹਿੰਦੇ ਆ ਕਿ $1500 ਦਿਓ, ਤੁਹਾਡਾ ਸਵੇਰੇ ਟੈਸਟ ਬੁੱਕ ਕਰਦੇ ਆ। ਅੱਛਾ। ਜਦ ਕਿ ਟੈਸਟ $300 ਦਾ, $330 ਦਾ ਨਾ। ਓਕੇ। ਮੈਂ ਕਹੂੰਗਾ ਜੀ ਤੁਸੀਂ ਜਿਹੜਾ ਕੈਨੇਡਾ ਬਾਰਡਰ ਵਾਚ ਇੱਕ ਸਰਕਾਰ ਦੀ ਹੈਲਪਲਾਈਨ ਹੈਗੀ ਹੈ, ਜਿਵੇਂ ਆਪਣਾ ਕ੍ਰਾਈਮ ਸਟਾਪਰਸ ਹੈਗੀ ਹੈ, ਉਵੇਂ ਜਿਵੇਂ ਕੈਨੇਡਾ ਬਾਰਡਰ ਵਾਚ ਇਸ ਕਿਸਮ ਦੇ ਕ੍ਰਾਈਮਸ ਲਈ ਜਿਹੜੀ ਲਾਈਨ ਹੈਗੀ ਹੈ। ਸੋ ਤੁਸੀਂ ਉੱਥੇ ਫੋਨ ਕਰੋ, ਉੱਥੇ ਤੁਹਾਡਾ ਨਾਂ ਕੁਛ ਨਹੀਂ ਪੁੱਛਿਆ ਜਾਊਗਾ ਅਤੇ ਨਾ ਇੱਥੋਂ ਤੋਂ ਕੋਈ ਇਨਫੋਰਮੇਸ਼ਨ ਤੁਹਾਡੇ ਬਾਰੇ ਸਾਂਝੀ ਕਰੀ ਜਾਊਗੀ। ਤੁਸੀਂ ਜੋ ਵੀ ਇਨਫੋਰਮੇਸ਼ਨ ਆ ਉੱਥੇ ਪ੍ਰੋਵਾਈਡ ਜਿਹੜੀ ਕਰ ਸਕਦੇ ਹੋ। ਤੁਸੀਂ ਜੇ ਗੂਗਲ ਕਰੋ ਕੈਨੇਡਾ ਬਾਰਡਰ ਵਾਚ ਤਾਂ ਉੱਥੇ ਜਾ ਕੇ ਤੁਹਾਨੂੰ ਇਹ 1-800 ਨੰਬਰ ਜਿਹੜਾ ਮਿਲ ਜਾਣਾ ਹੈਗਾ, ਅਤੇ ਤੁਸੀਂ ਇਹ ਜਾਣਕਾਰੀ ਉੱਥੇ ਜ਼ਰੂਰ ਸਾਂਝੀ ਕਰੋ ਤਾਂ ਕਿ ਇਨ ਪਬਲਿਕ ਫੇਥ ਜਿਹੜਾ ਹੈਗਾ ਉਹਨੂੰ ਮੇਨਟੇਨ ਕਰਨ ਲਈ ਇਹ ਜ਼ਰੂਰ ਜਾਣਕਾਰੀ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੇ ਲੋਕਾਂ ਨੇ ਉਹਨੂੰ ਇਹ ਅਨਸਕਰੂਪਲਸ ਲੋਕ ਨੇ ਜਿਹੜੇ ਉਹਨਾਂ ਨੂੰ ਨਾ ਡੂਪ ਕਰ ਸਕਣ। ਜੀ ਜੀ ਠੀਕ ਹੈ ਬ੍ਰਦਰ। ਕਿਉਂਕਿ ਹੁਣ ਤਾਂ ਦੇਖੋ ਨਾ ਰਾਤ ਦੀ ਟੈਸਟ ਬੁੱਕ ਹੋ ਨਹੀਂ ਰਹੇ, ਮਤਲਬ ਬਹੁਤ ਜ਼ਿਆਦਾ। ਕਿਉਂਕਿ ਮੈਨੂੰ ਥੋੜ੍ਹੀ ਦੇਰ ਪਹਿਲਾਂ ਇੱਕ ਕਾਲ ਆਈ ਸੀ, ਸੌਰੀ ਤੁਹਾਡੀ ਗੱਲ ਵਿੱਚ ਹੀ ਹੈ, ਕਹਿੰਦੇ ਵੀ ਕਾਫੀ ਸਾਰੀਆਂ ਜਿਹੜੀਆਂ ਸਾਈਟਸ ਵਗੈਰਾ ਨੇ ਉਹ ਕ੍ਰੈਸ਼ ਹੋ ਗਈਆਂ ਉਹਨਾਂ ਦੇ ਜਿੱਥੇ ਆਪਾਂ ਬੁਕਿੰਗ ਕਰਦੇ ਹਾਂ। ਜੀ ਬਿਲਕੁਲ। ਠੀਕ ਹੈ ਬ੍ਰਦਰ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਬ੍ਰਦਰ, ਥੈਂਕ ਯੂ। ਲਾਸਟ ਕਾਲ ਲਵਾਂਗੇ ਜੀ, ਨਿੱਜਰ, ਅਮਰਜੀਤ ਨਿੱਜਰ ਹੈ ਜੀ ਤੁਹਾਡਾ ਨਾਮ। ਹੈਲੋ। ਹੈਲੋ ਜੀ। ਹਾਂਜੀ ਸਰ। ਸਰ ਗਿੱਲ ਤੇ ਖਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ 10 ਸਾਲ ਦੇ ਵੀਜ਼ੇ ਲੱਗੇ ਉਹਨਾਂ ਬਾਰੇ ਵੀ ਕੋਈ ਹੈ ਚਾਂਸ, ਕੋਈ ਜਿਹੜੇ ਇੱਥੇ ਪ੍ਰੋਗਰਾਮ ਤੇ ਆਏ ਸਕੂਲਾਂ ਦੇ ਬੱਚਿਆਂ ਨੂੰ ਸੱਦੇ ਸੀ 10 ਸਾਲ ਦੇ ਵੀਜ਼ੇ ਮਿਲੇ ਆ? ਮੈਂ ਸਵਾਲ ਨਹੀਂ ਸਮਝਿਆ। 10 ਸਾਲ ਦੇ ਵੀਜ਼ੇ ਕਿਹੜੇ ਜੀ? ਵਿਜ਼ਟਰ ਆਏ ਹੋਏ ਜਿਹੜੇ ਮਲਟੀਪਲ ਵੀਜ਼ਾ? ਹਾਂਜੀ, ਉਹਨਾਂ ਨੂੰ ਵੀ ਕੋਈ ਹੈਗੇ ਚਾਂਸ ਉਹਨਾਂ ਦੇ? ਸੋ ਕੋਈ ਵਿਜ਼ਿਟਰ ਆਇਆ ਉਹ ਅੱਗੇ ਕੀ ਕਰ ਸਕਦਾ? ਤੁਹਾਡਾ ਸਵਾਲ ਇਹ ਹੈਗਾ? ਹਾਂਜੀ, ਜੇ ਵਿਜ਼ਿਟਰ ਹੈਗਾ ਜੀ, ਸਰਕਾਰ ਨੇ 31 ਅਗਸਤ ਤੱਕ ਟਾਈਮ ਦਿੱਤਾ ਹੋਇਆ ਹੈ
ਜੇ ਉਹਨਾਂ ਨੂੰ ਇੱਥੇ ਨੌਕਰੀ ਮਿਲਦੀ ਆ ਤਾਂ ਉਹ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ 31 ਅਗਸਤ ਤੱਕ। ਜੇ ਨੌਕਰੀ ਮਿਲਦੀ ਹੈ ਤਾਂ ਫਿਰ ਆਫ ਕੋਰਸ ਤਾਂ ਹੀ ਅਪਲਾਈ ਕਰੂਗੇ ਜੀ। ਹਾਂਜੀ ਠੀਕ ਹੈ ਜੀ, ਬਹੁਤ ਮਿਹਰਬਾਨੀ ਸਰ। ਤੁਸੀਂ ਇਹਨਾਂ ਦੇ ਆਫਿਸ 'ਚ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਲਿਓ 905 670 4444। ਬਹੁਤ ਮਿਹਰਬਾਨੀ ਸਰ, ਥੈਂਕ ਯੂ। ਅੱਛਾ, ਇੱਕ ਦੋ ਮੈਨੂੰ ਟੈਕਸਟ ਮੈਸੇਜ ਵੀ ਆਏ ਆ ਗੁਰਪ੍ਰੀਤ ਜੀ, ਜਿਨ੍ਹਾਂ ਦੇ ਵਿੱਚ ਇੱਕ ਤਾਂ ਸਵਾਲ ਇਹ ਸੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਉਹਦੀ ਜੌਬ ਲਿਸਟ ਹੈ ਕਿਤੇ, ਜਿੱਦਾਂ ਜਿਹੜੀ ਈਜ਼ੀਲੀ ਦੇਖੀ ਜਾ ਸਕਦੀ ਹੈ ਕਿ ਕਿਸ ਤਰ੍ਹਾਂ ਦੀ ਜੌਬ ਕੈਟਾਗਰੀ ਵਾਲੇ ਸਟੂਡੈਂਟਸ ਹੋਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ, ਜਿਹੜੀ ਪਬਲਿਕ ਪਾਲਿਸੀ ਜਿੱਥੇ ਲਿਸਟ ਕੀਤੀ ਹੈਗੀ ਹੈ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਐਂਡ ਅਪਡੇਟਸ ਦੇ ਵਿੱਚੋਂ, ਉੱਥੇ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ। ਬਾਕੀ ਸਾਡੇ ਆਫਿਸ ਨੂੰ ਵੀ ਕਾਲ ਹੈ। ਉਹਦੇ ਵਿੱਚ ਜਿਹੜੇ ਉਹਨਾਂ ਦੇ ਸਪਾਊਸ ਨੇ ਉਹਨਾਂ ਦਾ ਨਾਲ ਹੀ ਚੱਲਣਾ ਜੀ ਉਹ, ਕਿ ਜਾਂ ਉਹਨਾਂ ਦੀ ਕੈਟਾਗਰੀ ਡਿਫਰੈਂਟ ਹੋਣਾ? ਬਿਲਕੁਲ, ਮੈਂ ਇਹ ਪੁਆਇੰਟ ਨੂੰ ਪਹਿਲਾਂ ਟੱਚ ਕਰਨਾ ਚਾਹੁੰਦਾ ਸੀ ਜਦੋਂ ਤੁਸੀਂ ਕਿਹਾ ਕੀ ਨੁਕਸਾਨ ਨੇ। ਹਾਂਜੀ, ਸੋ ਇੱਕ ਗੱਲ ਜਿਹੜੀ ਸਮਝ ਨਹੀਂ ਆ ਰਹੀ ਉਹ ਇਹ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਲੋਕਾਂ ਨੂੰ ਫਾਇਦਾ ਮਿਲਣਾ ਚਾਹੀਦਾ ਜਿਹੜੇ ਕੈਨੇਡਾ ਦੇ ਵਿੱਚ ਨੇ। ਹਾਂਜੀ, ਹੁਣ ਜੇ ਉਹਨਾਂ ਦਾ ਸਪਾਊਸ ਕੋਈ ਕੈਨੇਡਾ ਤੋਂ ਬਾਹਰ ਹੈ ਉਹ ਵੀ ਇਨਕਲੂਡਡ ਹੈ ਐਪਲੀਕੇਸ਼ਨ ਦੇ ਵਿੱਚ, ਉਹ ਵੀ ਤਾਂ ਬਾਹਰੋਂ ਹੀ ਆਊਗਾ ਨਾ ਜੀ, ਉਹਨੇ ਕਿੱਥੋਂ ਆਉਣਾ? ਹੁਣ ਜੇ ਬੰਦਾ ਇੱਥੇ ਪਰਮਾਨੈਂਟ ਹੋ ਗਿਆ ਤਾਂ ਸਪਾਊਸ ਉਹ ਐਪਲੀਕੇਸ਼ਨ 'ਚ ਇਨਕਲੂਡਡ ਹੈ, ਆਫ ਕੋਰਸ ਉਹਦੀ ਵੀ ਤਾਂ ਇਮੀਗ੍ਰੇਸ਼ਨ ਹੋ ਜਾਣੀ ਹੈ। ਸੋ ਉਹ ਚੀਜ਼ ਨੂੰ ਜ਼ਰੂਰ ਜਿਹੜਾ ਅੱਖੋਂ ਪਰੋਖ ਰੱਖਿਆ ਗਿਆ। ਪਰ ਫਿਰ ਨਾਲ ਦੀ ਨਾਲ ਸੈਕਸ਼ਨ 3 ਨੂੰ ਵੀ ਮੰਤਰੀ ਹੈ ਉਹਦੇ 'ਤੇ ਜਵਾਬ ਦੇ ਸਕਦਾ ਕਿ ਹਾਂਜੀ ਇਮੀਗ੍ਰੇਸ਼ਨ ਐਕਟ ਦਾ ਇੱਕ ਓਬਜੈਕਟਿਵ ਫੈਮਿਲੀ ਰੀਯੂਨੀਫਿਕੇਸ਼ਨ ਵੀ ਅਸੀਂ ਉਹਨੂੰ ਵੀ ਇਸ ਗੱਲ ਨਾਲ ਧਿਆਨ ਕਰ ਰਹੇ ਹਾਂ। ਸੋ ਇਹ 90,000 ਲੋਕਾਂ ਦੇ ਜਿਹੜੇ ਸਪਾਊਸਿਸ ਬਾਹਰ ਨੇ ਉਹ ਵੀ ਤਾਂ ਐਪਲੀਕੇਸ਼ਨ, ਇੱਕ ਤਰ੍ਹਾਂ ਦੇ ਨਾਲ ਇਹ ਉਹਨਾਂ ਦੇ ਲਈ ਐਕਸਟਰਾ ਇੱਕ ਬੋਨਸ ਮਿਲ ਗਿਆ ਜਿਹੜੇ ਬੇਸ਼ੱਕ ਬਾਹਰ ਹੈਗੇ ਨੇ, ਬਟ ਸਿਰਫ ਉਹਨਾਂ ਲਈ ਇੱਕ ਰਸਤਾ ਆਹੀ ਹੈ ਕਿ ਉਹ ਮੈਰਿਡ ਹੋਣ। ਠੀਕ ਹੈ। ਅੱਛਾ, ਇੱਕ ਲਾਸਟ ਕੁਐਸਚਨ ਇਹ ਹੈ ਕਿ ਉਹਨਾਂ ਨੇ ਪੁੱਛਿਆ ਕਿ ਜਿਹੜੇ ਕੋਈ ਨੈਨੀ ਬੇਸਿਸ ਦੇ ਉੱਪਰ ਇੱਥੇ ਆਏ ਹੋਏ ਨੇ ਕਿ ਉਹ ਵੀ ਇਸ ਕੈਟਾਗਰੀ ਦੇ ਅੰਡਰ ਕਿਸੇ ਤਰੀਕੇ ਦੇ ਨਾਲ ਫਾਲ ਹੋਣੇ ਆ? ਬਿਲਕੁਲ ਜੀ, ਜਿਹੜੇ ਹੋਮ ਸਪੋਰਟ ਵਰਕਰਸ ਨੇ ਉਹ ਇਹਦੇ 'ਚ ਇਨਕਲੂਡਡ ਹੈਗੇ ਨੇ, ਪ੍ਰੋਵਾਈਡਡ ਉਹਨਾਂ ਦਾ 1 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਹੋਵੇ। ਬਿਲਕੁਲ ਇਨਕਲੂਡਡ ਨੇ ਜੀ। ਅਤੇ ਉਹਨਾਂ ਨੂੰ ਨਾਲ ਇਹ ਵੀ ਦੂਜਾ ਕਿ ਉਹਨਾਂ ਦਾ ਪੋਸਟ ਸੈਕੰਡਰੀ ਐਜੂਕੇਸ਼ਨ ਵਾਲੀ ਵੀ ਛੂਟ ਮਿਲ ਰਹੀ ਹੈ ਜਿਹੜੇ ਪਾਇਲਟ ਪ੍ਰੋਗਰਾਮ ਸੀ ਪਹਿਲੋਂ, ਸੋ ਉਹਨਾਂ ਦਾ ਬੜਾ ਫਾਇਦਾ ਹੋਣਾ। ਪਰ ਇਹ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਉਹ ਜਿੱਦਾਂ ਅਰਜ਼ੀ ਕਰਦੇ ਨੇ ਉਹਦੇ ਕੰਮ ਕਰਦੇ ਵੀ ਹੋਣੇ ਚਾਹੀਦੇ ਨੇ। ਸੋ ਇਹ ਨਹੀਂ ਕਿ ਉਹ ਨੈਨੀ ਦਾ ਕੰਮ ਕਰਕੇ ਅਤੇ ਕੁਛ ਹੁਣ ਹੋਰ ਕਰ ਰਹੇ ਨੇ ਅਤੇ ਉਹ ਵਧੀਆ ਅਰਜ਼ੀ ਕਰ ਸਕਦੇ ਨੇ। ਨੋ, ਜਿਹੜਾ ਤੁਸੀਂ ਜੌਬ ਕਰਦੇ ਹੋ ਅੱਜ ਜੌਬ ਕਰਦੇ ਹੋਣੇ ਵੀ ਚਾਹੀਦੇ ਹੋ। ਠੀਕ ਹੈ। ਸੋ ਦੋਸਤੋ, ਅੱਜ ਦਾ ਹੁਣ ਇਹ ਸਮਾਂ ਅਸੀਂ ਇੱਥੇ ਹੀ ਕਿਉਂਕਿ ਲਿਮਿਟਡ ਹੋਣ ਕਾਰਨ ਇੱਥੇ ਵਾਈਂਡ ਅਪ ਕਰਦੇ ਹਾਂ, ਪਰ ਇਸ ਵਿਸ਼ਾ ਜਿਹੜਾ ਮੈਨੂੰ ਲੱਗਦਾ ਨੈਕਸਟ ਵੀਕ ਵੀ ਆਪਾਂ ਇੱਕ ਵਾਰੀ ਇਹਨੂੰ ਐਲੈਬੋਰੇਟ ਕਰਾਂਗੇ। ਪਰ ਜਾਂਦੇ ਜਾਂਦੇ ਤੁਸੀਂ ਬਰੀਫ ਕਰ ਦਿਓ, ਵਾਈਂਡ ਅਪ ਕਰ ਦਿਓ ਆਪਣੇ ਲਫ਼ਜ਼ਾਂ ਦੇ ਵਿੱਚ 1-1.5 ਮਿੰਟ 'ਚ। ਬਿਲਕੁਲ ਹਰਜਿੰਦਰ। ਸੋ ਇੱਕ ਤਾਂ ਜੋ ਖਬਰ ਸੁਣਨ ਨੂੰ ਮਿਲਦੀ ਹੈ ਕਿ 90,000 ਲੋਕਾਂ ਨੂੰ ਇਮੀਗ੍ਰੇਸ਼ਨ ਮਿਲ ਗਈ, ਇਹ ਖਬਰ ਸਹੀ ਨਹੀਂ ਹੈਗੀ ਹੈ। 90,000 ਲੋਕਾਂ ਨੂੰ ਨਹੀਂ ਮਿਲਣੀ, ਕਿਤੇ ਜ਼ਿਆਦਾ ਲੋਕਾਂ ਨੂੰ ਮਿਲਣੀ ਹੈਗੀ ਹੈ। ਅਤੇ ਦੂਜੀਆਂ 90,000 ਐਪਲੀਕੇਸ਼ਨਸ ਨੇ, ਅਤੇ ਡੋਂਟ ਫੋਰਗੈਟ ਇਲੈਕਸ਼ਨ ਈਅਰ ਵੀ ਹੈ, ਇਹ ਵੀ ਨਾਲ ਨਾ ਭੁੱਲੀਏ ਆਪਾਂ। ਠੀਕ ਹੈ। ਅਤੇ ਇਹਦੇ ਨਾਲ ਕੋਈ ਵੀ ਇੰਡੀਵਿਜੂਅਲ ਇਹ ਸੋਚ ਕੇ ਵਿਚਾਰ ਨਾ ਕਰ ਲਏ ਕਿ ਮੈਨੂੰ ਸਾਲ ਹੋ ਗਿਆ ਹੁਣ ਮੈਂ ਐਲੀਜੀਬਲ ਹਾਂ, ਮੇਰੀ ਪੜ੍ਹਾਈ ਹੋ ਗਈ ਹੁਣ ਮੈਂ ਐਲੀਜੀਬਲ ਹਾਂ। ਇਹ ਵੀ ਇੱਕ ਕਾਰਨ ਹੈ ਜਿਹੜੇ IELTS ਦੇ ਟੈਸਟ ਨੇ ਬੁੱਕ ਹੋਣੇ 'ਚ। ਕਈ ਇਹੋ ਜਿਹੇ ਲੋਕ ਹੋਣਗੇ ਜਿਹੜੇ ਐਲੀਜੀਬਲ ਨਹੀਂ ਹੈਗੇ ਪਰ ਉਹ ਤਾਂ ਵੀ ਟੈਸਟ ਦੇਣ ਜਾ ਰਹੇ ਨੇ, ਉਹ ਦੂਜੇ ਲੋਕਾਂ ਨੂੰ ਉਹ ਕਰਨਗੇ। ਸੋ ਜੇ ਤੁਹਾਡਾ ਕੋਈ ਸਵਾਲ ਹੈ ਕਿ ਮੈਂ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ, ਜ਼ਰੂਰ ਸਾਡੇ ਆਫਿਸ ਨੂੰ ਕਾਲ ਕਰੋ ਜੀ 905 670 4444 905 670 4444। ਸਰ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਗੁਰਪ੍ਰੀਤ ਖਹਿਰਾ ਹੋਣੀ CWC ਇਮੀਗ੍ਰੇਸ਼ਨ ਤੋਂ। 905 670 4444 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਜ਼ਿਆਦਾ ਵੇਰਵੇ ਲੈ ਸਕੋਗੇ। ਹਰਜਿੰਦਰ ਗਿੱਲ ਸ਼ੋ 1350 AM ਦੇ ਉੱਪਰ। You are listening to The Harjinder Gill Show, Rams Punjabi, only on 1350 AM. For all our latest updates, please subscribe G Media Group YouTube channel and press the bell icon.